ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਵੇਕ ਤੇ ਇਸ 12ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਭੁਪਿੰਦਰ ਸਿੰਘ ਭਾਈ ਖੇਲ, ਮੇਰੇ ਨਾਲ ਸ਼ਬਦ ਦਾ ਪਾਠ ਕਰ ਰਹੇ ਹਨ ਪੁਸ਼ਪਿੰਦਰ ਕੌਰ। ਇਸ ਅੰਕ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 12ਵੇਂ ਅੰਗ ਤੇ ਸੁਸ਼ੋਭਿਤ ਇਸ ਸ਼ਬਦ ਤੋਂ ਕਰ ਰਹੇ ਹਾਂ। आसा महला पहला तित सरवर डरे पहिले निवासा पानी पावक तिन्हें किया पंकज मोह पग नहीं चाले हम देखा तह डुबिए ले मन एक न चेतस मूड मना हर बिसरत तेरे गुण गलिया रहाओ ना हो जति सती नहीं पड़िया मूर्ख मुगदा जन पया प्रणवत नानक दिन की शरणा जिंतु ना ही विसरिया। इस शब्द विच मन ਨੂੰ ਸੰਬੋਧਿਤ ਕੀਤਾ ਗਿਆ ਹੈ, ਨਾਮ ਸਿਮਰਨ ਵੱਲ ਉਤਸ਼ਾਹਿਤ ਕੀਤਾ ਗਿਆ ਹੈ। ਇਸ ਸ਼ਬਦ ਵਿੱਚ ਵਾਹਿਗੁਰੂ ਨੂੰ ਨਾ ਵਿਸਾਰਨ ਦੀ ਤਾਕੀਦ ਹੈ। ਹੁਣ ਇਸ ਸ਼ਬਦ ਦੇ ਅਰਥ ਸਮਝਦੇ ਹਾਂ। ਤਿਤ ਸਰਵਰ ਡੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਤਹ ਡੁਬੀਏ ਲੈ। ਪਹਿਲਾ ਪਦ ਅਰਥ ਜਾਣ ਲੈਂਦੇ ਹਾਂ। ਤਿਤ ਯਾਨੀ ਉਸ ਵਿੱਚ। ਇਹ ਲਫ਼ਜ਼ ਤਿਸ ਤੋਂ ਤਿਤ ਅਧਿਕਰਨ ਕਾਰਕ ਇੱਕ ਵਚਨ ਹੈ। ਸਰਵਰ ਤਾਲਾਬ, ਸਰਵਰੜਾ ਭਿਆਨਕ ਤਾਲਾਬ, ਸਰਵਰੜਾ ਭਿਆਨਕ ਤਾਲਾਬ ਵਿੱਚ, ਤਿਤ ਸਰਵਰੜਾ ਉਸ ਭਿਆਨਕ ਤਾਲਾਬ ਵਿੱਚ ਪਈਲੇ ਹੋਇਆ ਹੈ। ਪਾਵਕ ਯਾਨੀ ਅਗ, ਤ੍ਰਿਸ਼ਨਾ ਦੀ ਅਗ, ਤਿਨਹ ਉਸ ਪ੍ਰਭੂ ਨੇ ਆਪ ਹੀ, ਪੰਕ ਚਿੱਕੜ, ਪੰਕ ਜੋ ਮੋਹ ਦਾ ਚਿੱਕੜ ਹੈ, ਪਗ ਪੈਰ, ਹਮ ਦੇਖਾ ਸਾਡੇ ਦੇਖਦਿਆਂ ਹੀ, ਸਾਡੇ ਸਾਹਮਣੇ ਹੀ, ਤਹ ਉਸ ਸਰੋਵਰ ਵਿੱਚ ਡੂਬੀਲੇ ਡੁੱਬ ਗਏ, ਡੁੱਬ ਰਹੇ ਹਨ। ਇਸ ਦਾ ਅਰਥ ਹੋਇਆ, ਹੇ ਭਾਈ ਸਾਡੇ ਜੀਵਾਂ ਦੀ ਉਸ ਭਿਆਨਕ ਸੰਸਾਰ ਸਰੋਵਰ ਵਿੱਚ ਵਸੋਂ ਹੈ ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੀ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ ਅਤੇ ਉਸ ਭਿਆਨਕ ਸਰੀਰ ਵਿੱਚ ਜੋ ਮੋਹ ਦਾ ਚਿੱਕੜ ਹੈ ਉਸ ਵਿੱਚ ਜੀਵਾਂ ਦਾ ਪੈਰ ਚੱਲ ਨਹੀਂ ਸਕਦਾ। ਜੀਵ ਮੋਹ ਦੇ ਚਿੱਕੜ ਵਿੱਚ ਫਸੇ ਪਏ ਹਨ। ਸਾਡੇ ਸਾਹਮਣੇ ਹੀ ਅਨੇਕਾਂ ਜੀਵ ਮੋਹ ਦੇ ਚਿੱਕੜ ਵਿੱਚ ਫਸ ਕੇ ਉਸ ਤ੍ਰਿਸ਼ਨਾ ਦੀ ਅੱਗ ਦੇ ਆਸਗਾਹ ਸਮੁੰਦਰ ਵਿੱਚ ਡੁੱਬੇ ਜਾ ਰਹੇ ਹਨ। ਮਨ ਇੱਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਪਦਾਰਥ ਹੋਇਆ ਮਨ, ਹੇ ਮਨ, ਮੂੜ ਮਨਾ, ਹੇ ਮੂਰਖ ਮਨ, ਗਲਿਆ ਗਲਦੇ ਜਾ ਰਹੇ ਹਨ ਯਾਨੀ ਘਟਦੇ ਜਾ ਰਹੇ ਹਨ। ਇਹ ਰਹਾਉ ਦੀ ਪੰਕਤੀ ਹੈ। ਸ਼ਬਦ ਦਾ ਕੇਂਦਰੀ ਭਾਵ ਹੈ ਕਿ ਹੇ ਮਨ, ਹੇ ਮੂਰਖ ਮਨ, ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਤੂੰ ਜਿਉਂ-ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈ, ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਹਨ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ ਪਿਆ प्रणवत नानक दिन की शरणा जिंतु नाही विसरिया। ਪਦਾਰਥ ਹਉ ਯਾਨੀ ਮੈਂ, ਜਤੀ ਕਾਮ ਵਾਸਨਾ ਨੂੰ ਰੋਕਣ ਦਾ ਯਤਨ ਕਰਨ ਵਾਲਾ ਜਤੀ, ਸਤੀ ਉੱਚੇ ਆਚਰਣ ਵਾਲਾ, ਸਤ ਆਚਰਣ ਵਾਲਾ, ਮੁਗਧ ਮੂਰਖ ਬੇਸਮਝ, ਜਨਮ ਜੀਵਨ, ਪ੍ਰਣਵਤ ਬੇਨਤੀ ਕਰਦਾ ਹੈ। ਅਰਥ ਹੋਇਆ, हे ਪ੍ਰਭੂ ਨਾ ਮੈਂ ਜਤੀ ਹਾਂ, ਨਾ ਮੈਂ ਸਤੀ ਹਾਂ, ਨਾ ਹੀ ਮੈਂ ਪੜਿਆ ਹੋਇਆ ਹਾਂ। ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ। ਭਾਵ ਜਤ, ਸਤ ਅਤੇ ਵਿਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿੱਚ ਡਿੱਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ ਤਾਂ ਜਤ, ਸਤ, ਵਿਦਿਆ ਦੇ ਹੁੰਦਿਆਂ ਹੋਇਆਂ ਵੀ ਮਨੁੱਖ ਦੀ ਜ਼ਿੰਦਗੀ ਮਹਾਮੂਰਖਾਂ ਵਾਲੀ ਹੀ ਹੁੰਦੀ ਹੈ। ਸੋ ਨਾਨਕ ਬੇਨਤੀ ਕਰਦਾ ਹੈ, हे ਪ੍ਰਭੂ ਮੈਨੂੰ ਉਹਨਾਂ ਗੁਰਮੁਖਾਂ ਦੀ ਸ਼ਰਨ ਵਿੱਚ ਰੱਖ ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ, ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ। ਹੁਣ ਅਗਲਾ ਸ਼ਬਦ ਹੈ। आसा महला पंजवा पई प्राप्त मानुख दे होरिया गोविंद मिलन की यह तेरी बरिया वर काज तेरे किते न काम साध संगत पज केवल नाम सरंजाम लाग भवजल तरन के जन्म वृथा जात रंग माया के रहाओ जप तप संयम धर्म ना कमाया सेवा साध न जान्या हर राया कहो नानक हम नीच कर्म शरण परे की राखो शर्मा। बहुत सरल भाषा विच है ये शब्द। इस विच जो उपदेश है वो है
ਕਿ ਨਾਮ ਜਪ ਕੇ ਮਨੁੱਖਾ ਜਨਮ ਸਫਲ ਕਰ ਅਤੇ ਹਰੀ ਦੀ ਸ਼ਰਨ ਲੈ ਕੇ ਨਾਮ ਜਪ। ਹੁਣ ਇਸ ਦੇ ਅਰਥ ਸਮਝਦੇ ਹਾਂ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਵਰ ਕਾਜ ਤੇਰੇ ਕਿਤੇ ਨ ਕਾਮ, ਸਾਧ ਸੰਗਤ ਭਜ ਕੇਵਲ ਨਾਮ। ਪਦ ਅਰਥ ਭਈ ਪ੍ਰਾਪਤ ਮਿਲੀ ਹੈ, ਪ੍ਰਾਪਤ ਹੋਈ ਹੈ। ਦੇ ਹੁਰੀਆ ਸੋਹਣੀ ਦੇ, ਸੋਹਣਾ ਸਰੀਰ। ਮਾਨੁਖ ਦੇ ਹੁਰੀਆ ਸੋਹਣਾ ਮਨੁੱਖਾ ਸਰੀਰ। ਬਰੀਆ ਵਾਰੀ, ਮੌਕਾ, ਸਮਾਂ। ਅਵਰ ਹੋਰ ਸਾਰੇ, ਅਵਰ ਰਰੇ ਓਂਕੜ ਇੱਕ ਵਚਨ, ਅਵਰ ਰਰੇ ਦੇ ਉੱਪਰ ਸਿਆਰੀ ਬਹੁਵਚਨ। ਭਜ ਯਾਦ ਕਰ, ਸਿਮਰ। ਅਰਥ ਹੇ ਭਾਈ ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉਦਮ ਨਾ ਕੀਤਾ ਤਾਂ ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਵੀ ਅਰਥ ਨਹੀਂ, ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਪਹੁੰਚਾਉਣਗੇ। ਇਸ ਵਾਸਤੇ ਸਾਧ ਸੰਗਤ ਵਿੱਚ ਵੀ ਮਿਲ ਬੈਠਿਆ ਕਰ। ਸਾਧ ਸੰਗਤ ਵਿੱਚ ਮਿਲ ਬੈਠ ਕੇ ਵੀ ਸਿਰਫ ਪਰਮਾਤਮਾ ਦਾ ਨਾਮ ਸਿਮਰਿਆ ਕਰ। ਸਾਧ ਸੰਗਤ ਵਿੱਚ ਬੈਠਣ ਦਾ ਵੀ ਤਦੋਂ ਹੀ ਲਾਭ ਹੈ ਜੇ ਉੱਥੇ ਤੂੰ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜੇ। सरंजाम लाग भवजल तरन के, जन्म बिरथा जात रंग माया के रहाओ। ਇਹ ਰਹਾਉ ਦੀ ਪੰਕਤੀ ਹੈ। ਪਦ ਅਰਥ ਸਰੰਜਾਮ ਇੰਤਜ਼ਾਮ ਵਿੱਚ, ਆਹਰ ਵਿੱਚ। ਲਾਗ ਲਗ, ਭਵਜਲ ਸੰਸਾਰ ਸਮੁੰਦਰ। ਤਰਨ ਕੈ ਸਰੰਜਾਮ ਪਾਰ ਲੰਘਣ ਦੇ ਆਹਰ ਵਿੱਚ। ਬਿਰਥਾ ਵਿਅਰਥ, ਬਿਰਥਾ। ਜਾਤ ਜਾ ਰਿਹਾ ਹੈ, ਰੰਗ ਪਿਆਰ ਵਿੱਚ ਰਹਾਓ। ਅਰਥ ਸ਼ਬਦ ਦਾ ਕੇਂਦਰੀ ਭਾਵ ਹੈ ਇਸ ਰਹਾਉ ਦੀ ਪੰਕਤੀ ਵਿੱਚ। ਹੇ ਭਾਈ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਵੀ ਆਹਰੇ ਲੱਗ। ਨਿਰੇ ਮਾਇਆ ਦੇ ਪਿਆਰ ਵਿੱਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ। जप तप संगम धर्म ना कमाया, सेवा साध न जान्या हर राया। कहो नानक हम नीच कर्म, शरण परे की राखो शर्मा। पद अर्थ जप यानी सिमरन, तप यानी सेवा आदिक उद्यम, संयम ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦਾ ਚੰਗੀ ਤਰ੍ਹਾਂ ਆਹਰ। ਸੰਯਮ ਸਾਧੂ ਗੁਰੂ ਸੇਵਾ ਹਰ ਰਾਇਆ, ਮਾਲਕ ਪ੍ਰਭੂ ਦਾ ਸਿਮਰਨ। ਕਹੋ ਕਹਿ ਆਖ ਨਾਨਕ हे ਨਾਨਕ ਹਮ ਅਸੀਂ ਜੀਵ ਨੀਚ ਕਰਮ ਵਾਲੇ ਹਾਂ, ਮੰਦੇ ਕਰਮਾਂ ਵਾਲੇ ਹਾਂ। ਸ਼ਰਮਾ ਸ਼ਰਮ ਲਾਜ। हे ਭਾਈ ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ ਉਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦਾ ਤੂੰ ਕੋਈ ਯਤਨ ਨਹੀਂ ਕਰਦਾ, ਤੂੰ ਅਜਿਹਾ ਕੋਈ ਧਰਮ ਨਹੀਂ ਕਮਾਉਂਦਾ, ਨਾ ਤੂੰ ਗੁਰੂ ਦੀ ਸੇਵਾ ਕੀਤੀ, ਨਾ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ। हे ਨਾਨਕ ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਕਹਿ हे ਪ੍ਰਭੂ ਅਸੀਂ ਜੀਵ ਮੰਦ ਕਰਮੀ ਹਾਂ, ਬੁਰੇ ਕਰਮਾਂ ਵਾਲੇ ਹਾਂ, ਤੇਰੀ ਸ਼ਰਨ ਪਏ ਹਾਂ, ਸ਼ਰਨ ਪਿਆਂ ਦੀ ਲਾਜ ਰੱਖ ਲੈ। ਇਸ ਤਰ੍ਹਾਂ ਅਸੀਂ ਸੋਦਰ ਦੇ 5 ਸ਼ਬਦ ਅਤੇ ਸੋ ਪੁਰਖ ਦੇ 4 ਸ਼ਬਦਾਂ ਦੇ ਅਰਥ ਸਮਝੇ। ਹੁਣ ਅੱਗੇ ਸੋਹਿਲਾ ਦੇ ਸਿਰਲੇਖ ਹੇਠਾਂ ਸ਼ਬਦਾਂ ਨੂੰ ਸਮਝਾਂਗੇ। ਆਮ ਬੋਲਚਾਲ ਵਿੱਚ ਇਸ ਨੂੰ ਕੀਰਤਨ ਸੋਹਿਲਾ ਜਾਂ ਆਰਤੀ ਸੋਹਿਲਾ ਵੀ ਕਹਿੰਦੇ ਹਨ। ਇਹ ਨਿਤਨੇਮ ਦੀ ਬਾਣੀ ਹੈ। ਰਾਤ ਨੂੰ ਸੌਣ ਤੋਂ ਠੀਕ ਪਹਿਲਾਂ ਇਸ ਦਾ ਪਾਠ ਕੀਤਾ ਜਾਂਦਾ ਹੈ। ਆਪ ਨੂੰ ਪਤਾ ਹੀ ਹੋਵੇਗਾ ਕਿ ਕੁੜੀ ਦੇ ਵਿਆਹ ਦੇ ਸਮੇਂ ਜੋ ਗੀਤ ਰਾਤ ਨੂੰ ਜਨਾਨੀਆਂ ਰਲ ਕੇ ਗਾਉਂਦੀਆਂ ਹਨ, ਉਹਨਾਂ ਨੂੰ ਸੋਹਿਲੜੇ ਜਾਂ ਸੁਹਾਗ ਦੇ ਗੀਤ ਕਿਹਾ ਜਾਂਦਾ ਹੈ। ਇਹਨਾਂ ਗੀਤਾਂ ਵਿੱਚ ਕੁਝ ਤਾਂ ਵਿਛੋੜੇ ਦਾ ਜਜ਼ਬਾ ਹੁੰਦਾ ਹੈ, ਜੋ ਕੁੜੀ ਦੇ ਵਿਆਹੇ ਜਾਣ ਤੇ ਮਾਪਿਆਂ ਅਤੇ ਸਹੇਲੀਆਂ ਨਾਲੋਂ ਪੈਣਾ ਹੁੰਦਾ ਹੈ, ਤੇ ਕੁਝ ਅਸੀਸਾਂ ਹੁੰਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵਸੇ। ਇਸੇ ਭਾਵ ਨਾਲ ਓਤ-ਪ੍ਰੋਤ ਹੈ ਸੋਹਿਲਾ ਦਾ ਇਹ ਸੰਗ੍ਰਹਿ। ਜਿਵੇਂ ਵਿਆਹ ਲਈ ਸਮਾਂ ਮੁਹੂਰਤ ਮਿਥਿਆ ਜਾਂਦਾ ਹੈ ਤੇ ਉਸ ਮਿੱਥੇ ਸਮੇਂ ਉੱਤੇ ਹੀ ਹੱਥ ਲੇਵੇਂ ਆਦਿਕ ਕਰਨ ਦਾ ਪੂਰਾ ਯਤਨ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਹਰੇਕ ਜਿੰਦ ਕੁੜੀ ਦਾ ਉਹ ਸਮਾਂ ਵੀ ਪਹਿਲਾਂ ਹੀ ਮਿਥਿਆ ਜਾ ਚੁੱਕਿਆ ਹੈ। ਜਦੋਂ ਮੌਤ ਦੀ ਸਾਹੇ ਚਿੱਠੀ ਆਉਂਦੀ ਹੈ ਤੇ ਇਸਨੇ ਸਾਕਾਂ ਸੰਬੰਧੀਆਂ ਤੋਂ ਵਿਛੋੜ ਕੇ ਇਸ ਜਗਤ ਪੇਕੇ ਘਰ ਨੂੰ ਛੱਡ ਕੇ ਪਰਲੋਕ ਵਿੱਚ ਚਲੇ ਜਾਣਾ ਹੈ। ਇਸ ਸ਼ਬਦ ਵਿੱਚ ਜਿੰਦ ਕੁੜੀ ਨੂੰ ਸਮਝਾਇਆ ਹੈ ਕਿ ਸਤਸੰਗ ਵਿੱਚ ਸੁਹਾਗ ਦੇ ਗੀਤ ਗਾਇਆ ਕਰ ਅਤੇ ਸੁਣਿਆ ਕਰ। ਸਤਸੰਗ ਮਾਨੋ ਮਾਈਏ ਪੈਣ ਦੀ ਥਾਂ ਹੈ। ਸਤਸੰਗੀ ਸਹੇਲੀਆਂ ਇੱਥੇ ਇੱਕ ਦੂਜੀ ਸਹੇਲੀ ਨੂੰ ਅਸੀਸਾਂ ਦਿੰਦੀਆਂ ਹਨ, ਅਰਦਾਸਾਂ ਕਰਦੀਆਂ ਹਨ ਕਿ ਪਰਲੋਕ ਤੁਰਨ ਵਾਲੀ ਸਹੇਲੀ ਨੂੰ ਪ੍ਰਭੂ ਪਤੀ ਦਾ ਮਿਲਾਪ ਹੋਵੇ।
ਇਸੇ ਭਾਵ ਨੂੰ ਪ੍ਰਗਟ ਕਰਦਾ ਪਹਿਲਾ ਸ਼ਬਦ ਸੁਣਦੇ ਹਾਂ ਗੌੜੀ ਦੀਪਕੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। सोयलारा गौड़ी दीप की महला पहला एक ओंकार सतगुर प्रसाद। जयकर कीरत आखी है करते का होए विचारो, तितकर गावो सोहला सिवरो सिरजनहारो। तुम गावो मेरे निरभव का सोहला, हाँ वारी जित सोहला सदा सुख होए रहाओ। नित नित जीड़े संभालियन देखेगा देवनहार, तेरे दाने कीमत ना पवे तिस दाते कवण सुमार। संबत साहा लिखिया मिलकर पावो तेल, देह सज्जन असीसड़िया जो होवे साहिब स्यों मेल। कर कर हो पहुँचा सदड़े नित पवन, सदन हारा सिमरिए नानक से देहवन। ਇਸ ਸ਼ਬਦ ਨੂੰ ਸੁਣ ਕੇ ਇਹ ਸਮਝ ਆ ਜਾਂਦੀ ਹੈ ਕਿ ਨਿਤ ਦੇ ਜੋ ਸੱਦੇ ਪੈ ਰਹੇ ਹਨ ਅਰਥਾਤ ਲੋਕੀ ਮਰ ਰਹੇ ਹਨ, ਇਹ ਪਹੁੰਚਾ ਹੈ ਕਿ ਸਾਹੇ ਦੇ ਦਿਨ ਅਸੀਂ ਵੀ ਉੱਥੇ ਹੀ ਪਹੁੰਚਣਾ ਹੈ। ਅਸੀਂ ਵੀ ਤਿਆਰ ਰਹੀਏ, ਸਾਨੂੰ ਵੀ ਸੱਦਾ ਮਿਲੇਗਾ। ਤਿਆਰੀ ਇਹ ਹੈ ਕਿ ਸੱਦਣ ਹਾਰੇ ਨੂੰ ਸਿਮਰੋ। ਭਾਈ ਵੀਰ ਸਿੰਘ ਜੀ ਇਸ ਦੀ ਵਿਆਖਿਆ ਇਸ ਤਰ੍ਹਾਂ ਵੀ ਕਰਦੇ ਹਨ ਕਿ ਦਿਨ ਰਾਤ ਦਾ ਬਦਲਣਾ, ਦੋ ਸੱਦੇ ਪੈ ਰਹੇ ਹਨ। ਇਹੋ ਪਹੁੰਚਾ ਘਰ ਘਰ ਵਿੱਚ ਹੋ ਰਿਹਾ ਹੈ। ਘਰ ਘਰ ਅਰਥਾਤ ਸ਼ਾਸਤਰਾਂ ਧਰਮ ਪੁਸਤਕਾਂ ਵਿੱਚ ਇਹੀ ਸੱਦੇ ਪੈ ਰਹੇ ਹਨ ਕਿ ਹੇ ਜੀਵ ਗਿਆਨ ਨੂੰ ਪਹੁੰਚੋ। ਪਹੁੰਚਾ ਕੀ ਹੈ? ਇਹ ਪੰਜਾਬ ਦੀ ਇੱਕ ਰਸਮ ਸੀ ਕਿ ਲਾਗੀ ਮੌਲੀ ਦਾ ਆਟਾ ਦੇ ਕੇ ਲੋਕਾਂ ਨੂੰ ਸੱਦਾ ਦਿੰਦੇ ਸਨ ਕਿ ਫਲਾਣੇ ਦਿਨ ਵਿਆਹ ਤੇ ਪਹੁੰਚੋ। ਨਿੱਜ ਦੇ ਸੰਬੰਧੀਆਂ ਨੂੰ ਨਾਲ ਭਾਜੀ ਵੀ ਦਿੱਤੀ ਜਾਂਦੀ ਸੀ। ਇਹ ਮੌਲੀ ਜਾਂ ਰੰਗਿਆ ਹੋਇਆ ਧਾਗਾ ਸ਼ਗਨ ਵਜੋਂ ਮੇਲ ਵਿੱਚ ਬੰਨ੍ਹ ਕੇ ਆਉਂਦੇ ਸਨ ਤਾਂ ਜੋ ਪਤਾ ਚਲੇ ਕਿ ਬੰਦਾ ਵਿਆਹ ਦੇ ਸੱਦੇ ਤੋਂ ਹੈ। ਹੁਣ ਇਸ ਸ਼ਬਦ ਦੇ ਪਦਾਰਥ ਅਤੇ ਅਰਥ ਨੂੰ ਸਮਝਾਂਗੇ। जयकर कीरत आखी है करते का होए विचारो, तितकर गावो सोहला सिवरो सिरजनहारो। ਪਦ ਅਰਥ ਜੈ ਘਰ, ਜਿਸ ਘਰ ਵਿੱਚ, ਜਿਸ ਸਤਸੰਗ ਘਰ ਵਿੱਚ। ਗੁਰਬਾਣੀ ਵਿੱਚ ਘਰ ਸ਼ਬਦ ਕਈ ਅਰਥਾਂ ਵਿੱਚ ਵਰਤਿਆ ਗਿਆ ਹੈ, ਜਿਵੇਂ ਮਕਾਨ, ਰਹਿਣ ਦੀ ਥਾਂ, ਸਰੀਰ, ਦਸਮ ਦੁਆਰ, ਅੰਤਹਿਕਰਨ, ਮਨ, ਸ਼ਾਸਤਰ, ਇਸਤਰੀ, ਸਰੂਪ ਵਗੈਰਾ ਵਗੈਰਾ। ਕੀਰਤ ਸਿਫਤ ਸਲਾਹ, ਆਖੀਏ ਆਖੀ ਜਾਂਦੀ ਹੈ। ਤਿਤ ਘਰ ਉਸ ਸਤਸੰਗ ਘਰ ਵਿੱਚ, ਉਸ ਘਰ ਵਿੱਚ। ਸੋਹਿਲਾ ਸੁਹਾਗ ਦਾ ਗੀਤ, ਯਸ਼, ਸਿਫਤੀ ਸਲਾਹ, ਪ੍ਰਭੂ ਪਤੀ ਨਾਲ ਮਿਲਣ ਦੀ ਤਾਂਘ ਦੇ ਸ਼ਬਦ। ਹੁਣ ਅਰਥ ਸਮਝਦੇ ਹਾਂ। ਜਿਸ ਸਤਸੰਗ ਘਰ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ, ਹੇ ਜਿੰਦ ਕੁੜੀਏ, ਉਸ ਸਤਸੰਗ ਘਰ ਵਿੱਚ ਜਾ ਕੇ ਤੂੰ ਵੀ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਅਰਥਾਤ ਸੁਹਾਗ, ਮਿਲਾਪ ਦੀ ਤਾਂਘ ਦੇ ਸ਼ਬਦ ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ। तुम गावो मेरे निरभव का सोहला, हाँ वारी जित सोहला सदा सुख होए रहाओ। ਪਦ ਅਰਥ ਹਾਓ ਮੈਂ, ਵਾਰੀ ਵਾਰੀ ਜਾਵਾਂ, ਸਦਕੇ ਜਾਵਾਂ, ਸਦਕੇ। ਜਿਤ ਸੋਹਲੇ, ਜਿਸ ਸੋਹਲੇ ਦੀ ਬਰਕਤ ਨਾਲ। ਇਹ ਰਹਾਓ ਦੀ ਪੰਕਤੀ ਹੈ ਕਿ ਹੇ ਜਿੰਦੇ, ਤੂੰ ਸਤਸੰਗੀਆਂ ਨਾਲ ਮਿਲ ਕੇ ਪਿਆਰੇ ਨਿਰਭਉ ਖਸਮ ਦੀ ਸਿਫਤ ਤੇ ਗੀਤ ਗਾ ਅਤੇ ਕਹਿ ਕਿ ਮੈਂ ਸਦਕੇ ਹਾਂ ਉਸ ਸਿਫਤ ਤੇ ਗੀਤ ਤੋਂ ਜਿਸ ਦੀ ਬਰਕਤ ਨਾਲ ਸਦਾ ਦਾ ਸੁਖ ਮਿਲਦਾ ਹੈ। नित नित जीड़े संभालियन देखेगा देवनहार, तेरे दाने कीमत ना पवे तिस दाते कवण सुमार। ਪਦ ਅਰਥ ਨਿਤ ਨਿਤ, ਰੋਜ਼, ਸਦਾ ਹੀ। ਸੰਭਾਲੀਅਨ, ਸੰਭਾਲੀਦੇ ਹਨ। ਇੱਕ ਕਰਮਵਾਚ ਵਰਤਮਾਨ ਕਾਲ ਅਨਪੁਰਖ ਬਹੁਵਚਨ ਹੈ ਵਿਆਕਰਣ ਦੇ ਮੁਤਾਬਕ। ਦੇਖੇਗਾ ਸੰਭਾਲ ਕਰੇਗਾ, ਸੰਭਾਲ ਕਰਦਾ ਹੈ। ਤੇਰੇ, ਤੇਰੇ ਤੋਂ। ਹੇ ਜਿੰਦੇ, ਦਾਨੇ ਕੀਮਤ, ਦਾਨ ਦਾ ਮੁੱਲ, ਬਖਸ਼ਿਸ਼ਾਂ ਦਾ ਮੁੱਲ। ਸੁਮਾਰ, ਅੰਦਾਜ਼ਾ, ਅੰਤ। ਹੇ ਜਿੰਦੇ, ਜਿਸ ਖਸਮ ਦੀ ਹਜ਼ੂਰੀ ਵਿੱਚ ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾ ਦੇਣ ਵਾਲਾ ਮਾਲਕ ਹਰ ਇੱਕ ਜੀਵ ਦੀ ਸੰਭਾਲ ਕਰਦਾ ਹੈ, ਜਿਸ ਦਾਤਾਰ ਦੀਆਂ ਦਾਤਾਂ ਦਾ ਮੁੱਲ ਹੇ ਜਿੰਦੇ ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਵੀ ਕੀ ਅੰਦਾਜ਼ਾ ਤੂੰ ਲਾ ਸਕਦੀ ਹੈ। ਉਹ ਦਾਤਾਰ ਪ੍ਰਭੂ ਬਹੁਤ ਬੇਅੰਤ ਹੈ। संबत साहा लिखिया मिलकर पावो तेल, देह सज्जन असीसड़िया जो होवे साहिब स्यों मेल। ਪਦ ਅਰਥ ਸੰਬਤ ਯਾਨੀ ਸਾਲ, ਵਰਾ। ਸਾਹਾ ਵਿਆਹੇ ਜਾਣ ਦਾ ਦਿਨ। ਲਿਖਿਆ ਮਿੱਥਿਆ ਹੋਇਆ।
ਮਿਲਕਰ ਰਲ ਕੇ ਪਾਵੋ ਤੇਲ। ਇਹ ਨੋਟ ਕਰਨ ਵਾਲੀ ਗੱਲ ਹੈ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਮਾਈਏ ਪਾਈਦਾ ਹੈ। ਚਾਚੀਆਂ, ਤਾਈਆਂ, ਸਹੇਲੀਆਂ ਰਲ ਕੇ ਉਸ ਦੇ ਸਿਰ ਵਿੱਚ ਤੇਲ ਪਾਉਂਦੀਆਂ ਹਨ ਤੇ ਅਸੀਸਾਂ ਦੇ ਗੀਤ ਗਾਉਂਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵਸੇ। ਅਸੀਸਣੀਆਂ, ਸੋਹਣੀਆਂ ਅਸੀਸਾਂ। ਸਤਸੰਗ ਵਿੱਚ ਜਾ ਕੇ ਹੇ ਜਿੰਦੇ ਅਰਜ਼ੋਈਆਂ ਕਰਿਆ ਕਰ। ਉਹ ਸੰਮਤ, ਉਹ ਦਿਹਾੜਾ ਪਹਿਲਾਂ ਹੀ ਮਿਥਿਆ ਹੋਇਆ ਹੈ ਜਦੋਂ ਪਤੀ ਦੇ ਦੇਸ਼ ਜਾਣ ਲਈ ਮੇਰੇ ਵਾਸਤੇ ਸਾਹੇ ਚਿੱਠੀ ਆਉਣੀ ਹੈ। ਹੇ ਸਤਸੰਗੀ ਸਹੇਲਿਓ, ਰਲ ਕੇ ਮੈਨੂੰ ਮਾਈਏ ਪਾਇਓ ਤੇ ਹੇ ਸੱਜਣ ਸਹੇਲਿਓ, ਮੈਨੂੰ ਸੋਹਣੀਆਂ ਅਸੀਸਾਂ ਵੀ ਦਿਓ। ਪਾਓ ਮੇਰੇ ਲਈ ਅਰਦਾਸ ਵੀ ਕਰੋ, ਜਿਵੇਂ ਪ੍ਰਭੂ ਪਤੀ ਨਾਲ ਮੇਰਾ ਮਿਲਾਪ ਹੋ ਜਾਏ। ਕਰ ਕਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹਵਨ। ਪਦਾਰਥ ਘਰ, ਘਰ ਵਿੱਚ, ਘਰ ਘਰ, ਹਰੇਕ ਘਰ ਵਿੱਚ। ਪਾਹੁਚਾ, ਪਰਹੋਚਾ, ਸੱਦਾ ਯਾਨੀ ਸਾਹੇ ਚਿੱਠੀ। ਇੱਥੇ ਇਸ ਨੂੰ ਸਮਝੋ ਕਿ ਜਿਵੇਂ ਵਿਆਹ ਦਾ ਸਾਹਾ ਤੇ ਲਗਨ ਮੁਕਰਰ ਹੋਣ ਤੇ ਮੁੰਡੇ ਵਾਲਿਆਂ ਦਾ ਨਾਈ ਇਹ ਜੰਝ ਦੀ ਗਿਣਤੀ ਆਦਿਕ ਤੇ ਹੋਰ ਜ਼ਰੂਰੀ ਸੁਨੇਹੇ ਲੈ ਕੇ ਕੁੜੀ ਵਾਲਿਆਂ ਦੇ ਘਰ ਜਾਇਆ ਕਰਦਾ ਸੀ। ਉਸ ਨੂੰ ਪਰੋਚੇ ਵਾਲਾ ਨਾਈ ਆਖਦੇ ਸਨ। ਪਵਨ ਪੈਂਦੇ ਹਨ, ਸਦੜੇ ਸੱਦੇ, ਸੇ ਦੇ ਉਹ ਦਿਹਾੜੇ, ਉਹ ਦਿਨ, ਆਵਨ ਆਉਂਦੇ ਹਨ। ਪਰਲੋਕ ਵਿੱਚ ਜਾਣ ਲਈ ਮੌਤ ਦੀ ਇਹ ਸਾਹੇ ਚਿੱਠੀ ਹਰੇਕ ਘਰ ਵਿੱਚ ਆ ਰਹੀ ਹੈ। ਇਹ ਸੱਦੇ ਨਿਤ ਪੈ ਰਹੇ ਹਨ। ਹੇ ਸਤਸੰਗੀਓ, ਉਸ ਸੱਦਾ ਭੇਜਣ ਵਾਲੇ ਪ੍ਰਭੂ ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ ਹੇ ਨਾਨਕ, ਸਾਡੇ ਵੀ ਉਹ ਦਿਨ ਨੇੜੇ ਆ ਰਹੇ ਹਨ। ਇਸ ਲੜੀ ਦਾ ਦੂਜਾ ਸ਼ਬਦ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਹੀ ਹੈ, ਜਿਸ ਦਾ ਕੇਂਦਰੀ ਭਾਵ ਹੈ ਉਹ ਮਤ ਜਿਸ ਵਿੱਚ ਹਰੀ ਕੀਰਤਨ ਮੁੱਖ ਹੈ, ਸਾਰੇ ਮਤਾਂ ਤੋਂ ਸ੍ਰੇਸ਼ਟ ਹੈ। ਰਾਗ ਆਸਾ ਮਹਲਾ ਪਹਿਲਾ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸੋਏ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾ ਹੋਆ। ਸੂਰਜ ਕੋ ਰੁਤ ਅਨੇਕ, ਨਾਨਕ ਕਰਤੇ ਕੇ ਵੇਸ। ਆਓ ਹੁਣ ਇਸ ਦੇ ਪਦਾਰਥ ਅਤੇ ਅਰਥ ਸਮਝੀਏ। ਰਾਗ ਆਸਾ ਮਹਲਾ ਪਹਿਲਾ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਪਦਾਰਥ 6 ਯਾਨੀ 6, ਘਰ ਯਾਨੀ ਸ਼ਾਸਤਰ, ਜਿਵੇਂ ਸਾਂਖ, ਨਿਆਏ, ਵਿਸ਼ੈਸ਼ਿਕ, ਯੋਗ, ਮੀਮਾਂਸਾ, ਵੇਦਾਂਤ। ਗੁਰ ਇਹਨਾਂ ਸ਼ਾਸਤਰਾਂ ਦੇ ਕਰਤਾ, ਜਿਵੇਂ ਕਪਿਲ, ਗੌਤਮ, ਕਣਾਦ, ਪਤੰਜਲੀ, ਜੈਮਿਨੀ, ਵਿਆਸ। ਉਪਦੇਸ਼, ਸਿੱਖਿਆ, ਸਿਧਾਂਤ। ਗੁਰ ਈਸ਼ਟ ਪ੍ਰਭੂ। ਇੱਕੋ ਹੀ, ਵੇਸ ਰੂਪ। ਅਰਥ, ਹੇ ਭਾਈ, 6 ਸ਼ਾਸਤਰ ਹਨ, 6 ਹੀ ਇਹਨਾਂ ਸ਼ਾਸਤਰਾਂ ਦੇ ਚਲਾਉਣ ਵਾਲੇ ਹਨ, 6 ਹੀ ਇਹਨਾਂ ਦੇ ਸਿਧਾਂਤ ਹਨ, ਪਰ ਇਹਨਾਂ ਸਾਰਿਆਂ ਦਾ ਮੂਲ ਗੁਰੂ ਪਰਮਾਤਮਾ ਇੱਕ ਹੈ। ਇਹ ਸਾਰੇ ਸਿਧਾਂਤ ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ, ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਰੂਪ ਹਨ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਪਦਾਰਥ ਬਾਬਾ ਯਾਨੀ ਹੇ ਭਾਈ, ਜੈ ਘਰ ਜਿਸ ਸਤਸੰਗ ਘਰ ਵਿੱਚ ਕਰਤੇ ਕੀਰਤ, ਕਰਤੇ ਦੀ ਕੀਰਤੀ, ਕਰਤਾਰ ਦੀ ਸਿਫਤ ਸਲਾਹ ਹੋਏ ਹੁੰਦੀ ਹੈ, ਰਾਖ ਰਕਸ਼ਾ ਕਰ, ਸੰਭਾਲ, ਤੋਏ ਤੇਰੀ, ਵਡਾਈ ਭਲਾਈ। ਹੇ ਭਾਈ, ਜਿਸ ਸਤਸੰਗ ਘਰ ਵਿੱਚ ਕਰਤਾਰ ਦੀ ਸਿਫਤ ਸਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਕੇ ਰੱਖ, ਉਸ ਸਤਸੰਗ ਦਾ ਆਸਰਾ ਲਈ ਰੱਖ, ਇਸੇ ਵਿੱਚ ਤੇਰੀ ਭਲਾਈ ਹੈ। ਵਿਸੋਏ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾ ਹੋਆ। ਸੂਰਜ ਕੋ ਰੁਤ ਅਨੇਕ, ਨਾਨਕ ਕਰਤੇ ਕੇ ਵੇਸ। ਵਿਸਵੇ ਦਾ ਸੰਬੰਧ ਸਮੇਂ ਨਾਲ ਹੈ। ਭਾਰਤੀ ਪਰੰਪਰਾ ਵਿੱਚ ਸਮੇਂ ਨੂੰ ਮਾਪਣ ਦੀ ਜੋ ਪੁਰਾਤਨ ਪ੍ਰਣਾਲੀ ਹੈ, ਉਸ ਮੁਤਾਬਕ ਸਮੇਂ ਨੂੰ ਅੱਖ ਦੇ ਫੋਰ ਨਾਲ ਮਾਪਦੇ ਰਹੇ ਹਨ। ਅੱਖ ਦੇ ਫੋਰ ਸਮੇਂ ਦੀ ਬੇਸਿਕ ਯੂਨਿਟ ਮੰਨੀ ਗਈ ਹੈ। ਇਸੇ ਤੋਂ ਬਣੇ ਹਨ ਵਿਸਵਾ, ਚਸਾ, ਪਲ, ਘੜੀ, ਪਹਿਰ, ਦਿਨ, ਵਾਰ, ਮਹੀਨੇ, ਵਾਰ। ਜਿਵੇਂ ਕਿ ਅੱਖ ਦੇ 15 ਫੋਰ, 1 ਵਿਸਾ, 15 ਵਿਸਵੇ, 1 ਚਸਾ, 30 ਚਸੇ, 1 ਪਲ, 60 ਪਲ, 1 ਘੜੀ ਅਤੇ 7.5 ਘੜੀਆਂ, 1 ਪਹਿਰ, 8 ਪਹਿਰ, 1 ਦਿਨ, 15 ਥਿੱਤਾਂ, 7 ਵਾਰ, 12 ਮਹੀਨੇ ਤੇ 6 ਰੁੱਤਾਂ।
ਜਿਵੇਂ ਵਿਸਵੇ, ਚਸੇ, ਘੜੀਆਂ, ਪਹਿਰ, ਥਿੱਤਾਂ, ਵਾਰ, ਮਹੀਨੇ ਆਦਿਕ ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਤਾਂ ਇੱਕੋ ਹੀ ਹੈ ਜਿਸ ਦੇ ਇਹ ਸਾਰੇ ਵੱਖ-ਵੱਖ ਰੂਪ ਹਨ। ਤਿਵੇਂ ਹੀ ਹੇ ਨਾਨਕ, ਕਰਤਾਰ ਦੇ ਇਹ ਸਾਰੇ ਸਿਧਾਂਤ ਆਦਿਕ ਅਨੇਕਾਂ ਸਰੂਪ ਹਨ। ਇਸੇ ਨਾਲ ਹੀ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ। ਤਹੇ ਦਿਲੋਂ ਆਪ ਸਭ ਦਾ ਧੰਨਵਾਦ। ਅਰਥ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸੰਗਤ ਬਖਸ਼ਣਹਾਰ ਹੈ, ਖਿਮਾ ਬਖਸ਼ਣੀ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਹੁਣ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇਸੇ ਪ੍ਰਸੰਗ ਨੂੰ ਜਾਰੀ ਰੱਖਦੇ ਹੋਏ। ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।